ਤੁਸੀਂ ਦੇਖ ਰਹੇ ਹੋ ਚੱਕ ਦੇ ਟੀਵੀ ਤੇ ਮੈਂ ਹਾਂ ਰਜੇਸ਼ ਸੰਧੂ। ਗੱਲ ਕਰੀਏ ਤੇ ਆਪਣੇ ਸਮਾਜ ਦੇ ਵਿੱਚ ਜਿੱਥੇ ਧੀਆਂ ਦੇ ਜੰਮਣ ਨੂੰ ਮਾੜਾ ਸਮਝਿਆ ਜਾਂਦਾ ਹੈ ਤੇ ਪੁੱਤਰਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ, ਲੇਕਿਨ ਅੰਮ੍ਰਿਤਸਰ ਦੇ ਪਿੰਡ ਵਰਪਾਲ ਦੀ ਇੱਕ ਅਜਿਹੀ ਧੀ ਵੀ ਹੈ ਜਿਹੜੀ ਕਿ ਆਪਣੇ ਪਿਤਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੇ ਖੇਤਾਂ 'ਚ ਕੰਮ ਕਰਦੀ ਹੈ, ਟਰੈਕਟਰ ਵੀ ਚਲਾਉਂਦੀ ਹੈ ਤੇ ਪਸ਼ੂ ਜਿਹੜੇ ਨੇ ਘਰ ਦੇ ਡੰਗਰ ਜਿਹੜੇ ਨੇ ਮਾਲ ਡੰਗਰ ਉਹਨੂੰ ਵੀ ਸਾਂਭਦੀ ਹੈ। ਕਿਤੇ ਨਾ ਕਿਤੇ ਟਰੈਕਟਰ ਚਲਾ ਕੇ ਮੰਡੀ 'ਚ ਫਸਲ ਲੈ ਕੇ ਜਾਂਦੀ ਹੈ ਤੇ ਲੋਕ ਜਿਹੜੇ ਨੇ ਉਹਦੀ ਸ਼ਲਾਘਾ ਕਰਦੇ ਨੇ। ਮਿਲਦੇ ਹਾਂ ਉਸ ਧੀ ਦੇ ਨਾਲ ਜਿਹਦਾ ਕਿ ਨਾਮ ਕਿ ਲਵਪ੍ਰੀਤ ਕੌਰ, ਜਿਹੜੀ ਕਿ ਵਰਪਾਲ ਪਿੰਡ ਦੀ ਰਹਿਣ ਵਾਲੀ ਹੈ। ਬਹੁਤ ਬਹੁਤ ਸਵਾਗਤ ਹੈ ਜੀ ਚੱਕ ਦੇ ਟੀਵੀ ਤੇ। ਥੈਂਕ ਯੂ ਸਰ। ਗੱਲ ਕਰੀਏ ਤੇ ਆਮ ਤੌਰ ਦੇ ਉੱਪਰ ਦੇਖਿਆ ਜਾਂਦਾ ਵੀ ਜਿਹੜੇ ਲੜਕੇ ਹੁੰਦੇ ਨੇ, ਬੇਟੇ ਹੁੰਦੇ ਨੇ, ਆਪਣੇ ਮਾਂ ਪਿਓ ਦੀਆਂ ਬਾਹਾਂ ਪਾਉਂਦੇ ਨੇ ਤੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦੇ ਨੇ। ਤੁਸੀਂ ਇੱਕ ਧੀ ਹੋ ਕੇ ਤੇ ਆਪਣੇ ਪਿਤਾ ਦਾ ਹੱਥ ਵੰਡਾ ਰਹੇ ਹੋ, ਕਿਸ ਤਰ੍ਹਾਂ ਦੇਖਦੇ ਹੋ? ਬਿਲਕੁਲ ਸਹੀ ਕਿਹਾ ਤੁਸੀਂ। ਜ਼ਿਆਦਾਤਰ ਆਪਾਂ ਦੇਖਦੇ ਹਾਂ ਕਿ ਜਿੱਥੇ ਜਿਹੜੇ ਆ ਬੇਟੇ ਆ ਉਹ ਆਪਣੇ ਮਾਂ-ਬਾਪ ਦਾ ਜਿਹੜਾ ਖੇਤੀਬਾੜੀ ਦੇ ਵਿੱਚ ਜਿਹੜਾ ਹੱਥ ਜਿਹੜਾ ਵਟਾਉਂਦੇ ਆ, ਪਰ ਇੱਕ ਨਵੀਂ ਸੋਚ ਨੂੰ ਲੈ ਕੇ ਤੇ ਆਪਣੇ ਜਿਹੜਾ ਪਿਤਾ ਦੇ ਨਾਲ ਜਿਹੜਾ ਲੱਗ ਕੇ ਆਪਣੇ ਖੇਤੀਬਾੜੀ ਦਾ ਜਿਹੜਾ ਕੰਮ ਆ ਉਹ ਕਰ ਰਹੇ ਆ। ਕਦੋਂ ਹੁੰਦਾ ਵੀ ਮੈਨੂੰ ਆਪਣੇ ਪਿਤਾ ਦੇ ਨਾਲ ਜਿਹੜਾ ਵਾ ਇੱਕ ਬੇਟਾ ਬਣ ਕੇ, ਸਰਵਣ ਪੁੱਤ ਬਣ ਕੇ ਤੇ ਕੰਮ ਕਰਨ ਦੀ ਸ਼ੁਰੂਆਤ ਕਰਨੀ ਚਾਹੀਦੀ? ਖਿਆਲ ਦੇਖੋ ਮੇਰੇ ਮਨ ਦੇ ਵਿੱਚ ਬਚਪਨ ਤੋਂ ਹੀ ਹੈਗਾ ਸੀ ਕਿ ਮਤਲਬ ਮੈਂ ਸ਼ੁਰੂ ਤੋਂ ਦੇਖਦੀ ਆਉਂਦੀ ਸੀ ਕਿ ਜਿਵੇਂ ਮੇਰੇ ਫਾਦਰ ਸਾਹਿਬ ਖੇਤੀਬਾੜੀ ਦਾ ਕੰਮ ਕਰਦੇ ਸੀ, ਮੇਰਾ ਕੋਈ ਬ੍ਰਦਰ ਨਹੀਂ ਹੈਗਾ, ਇਸ ਕਰਕੇ ਜਿਹੜਾ ਮੇਰੇ ਮਾਂ-ਬਾਪ ਵੱਲੋਂ ਜਿਹੜੀ ਮੈਨੂੰ ਪਰਵਰਿਸ਼ ਜਿਹੜੀ ਇੱਕ ਬੇਟੇ ਦੀ ਤਰ੍ਹਾਂ ਦਿੱਤੀ ਗਈ ਤੇ ਉਸ ਨੂੰ ਦੇਖਦੇ ਹੋਏ ਮੇਰੇ ਮਨ ਦੇ ਵਿੱਚ ਬਚਪਨ ਤੋਂ ਹੀ ਸ਼ੌਕ ਪੈਦਾ ਹੋ ਗਿਆ। ਲਵਪ੍ਰੀਤ ਕਰੀਏ ਤੇ ਖੇਤੀਬਾੜੀ ਦਾ ਕੰਮ ਕਰਦੇ ਹੋ, ਪਿੰਡ ਦੇ ਵਿੱਚ ਰਹਿੰਦੇ ਹੋ, ਪੜ੍ਹਾਈ ਵੀ ਕੀਤੀ ਹੈ, ਪੜ੍ਹਾਈ ਦੇ ਨਾਲ ਨਾਲ ਇਹ ਕੰਮ ਕੀਤਾ ਹੈ ਜਾਂ ਪੜ੍ਹਾਈ ਨਹੀਂ ਕੀਤੀ ਤੇ ਸਿਰਫ ਕੰਮ ਹੀ ਕੀਤਾ? ਨਹੀਂ ਜੀ, ਮੈਂ ਆਪਣੀ BA ਤੱਕ ਪੜ੍ਹੀ ਹੋਈ ਹਾਂ, ਮੈਂ ਪੜ੍ਹਾਈ ਵੀ ਕੀਤੀ ਹੈ ਤੇ ਪੜ੍ਹਾਈ ਦੇ ਨਾਲ ਨਾਲ ਹੀ ਜਿਹੜਾ ਮੈਂ ਖੇਤੀਬਾੜੀ ਦਾ ਕੰਮ ਜਿਹੜਾ ਸਿੱਖਦੀ ਵੀ ਰਹੀ ਹਾਂ ਤੇ ਕਰਦੀ ਵੀ ਰਹੀ ਹਾਂ। ਕਿੰਨਾ ਕੁ ਔਖਾ ਹੋ ਜਾਂਦਾ ਇੱਕ ਧੀ ਵਾਸਤੇ, ਇੱਕ ਲੜਕੀ ਵਾਸਤੇ ਸਮਾਜ ਦੇ ਵਿੱਚ ਇਹਨਾਂ ਕੰਮਾਂ ਦੇ ਵਿੱਚ ਵਿਚਰਨਾ, ਕਿਉਂਕਿ ਪੁਰਸ਼ ਪ੍ਰਧਾਨ ਦੇਸ਼ ਕਿਹਾ ਜਾਂਦਾ। ਚਾਹੇ ਅੱਜ ਧੀਆਂ ਨੂੰ ਜਿਹੜਾ ਪੁੱਤਰਾਂ ਦੇ ਬਰਾਬਰ ਸਮਝਦੇ ਤੇ ਹੈਗੇ ਨੇ, ਲੇਕਿਨ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਵਿਤਕਰਾ ਕੀਤਾ ਜਾਂਦਾ। ਬਿਲਕੁਲ ਸਹੀ। ਜਦੋਂ ਆਪਾਂ ਕੁਝ ਵੱਖਰਾ ਕਰਦੇ ਹਾਂ ਤੇ ਫਿਰ ਦਿੱਕਤਾਂ ਤੇ ਜਿਹੜੀਆਂ ਆ ਉਹ ਆਉਂਦੀਆਂ ਆ। ਜਦੋਂ ਇੱਕ ਧੀ ਜਿਹੜੀ ਆ ਪੁੱਤਾਂ ਵਾਲਾ ਕੰਮ ਕਰਦੀ ਆ ਤੇ ਉਹਦੇ ਵਿੱਚ ਲੋਕ ਵੀ ਜਿਹੜਾ ਉਹ ਭਲਾ ਚੰਗਾ ਜਿਹੜਾ ਉਹ ਕਹਿੰਦੇ ਆ, ਪਰ ਸਮੇਂ ਦੇ ਨਾਲ ਨਾਲ ਜਿਹੜਾ ਮੈਂ ਇਹਨਾਂ ਚੀਜ਼ਾਂ ਨੂੰ ਪਿੱਛੇ ਛੱਡ ਕੇ ਜਿਹੜਾ ਵਾ ਆਪਣਾ ਅੱਗੇ ਵੱਧਦੀ ਗਈ ਤੇ ਕੰਮ ਜਿਹੜਾ ਕਰਦੀ ਰਹੀ। ਧੀਆਂ ਦੀ ਗੱਲ ਕਰੀਏ ਤੇ ਧੀਆਂ ਜਿਹੜੀਆਂ ਨੇ ਘਰ ਦੇ ਚੂਲੇ ਚੌਂਕੇ ਤੱਕ ਹੀ ਸੀਮਿਤ ਰਹਿ ਜਾਂਦੀਆਂ ਨੇ। ਇਹ ਸਮਾਜ ਦੇ ਵਿੱਚ ਉਹਨਾਂ ਨੂੰ ਇੰਨੀ ਤਰਜੀਹ ਨਹੀਂ ਦਿੱਤੀ ਜਾਂਦੀ, ਖੁੱਲ੍ਹ ਕੇ ਅੱਗੇ ਆਉਣ ਦਾ ਜਿਹੜਾ ਵਾ ਉਹਨਾਂ ਨੂੰ ਮੌਕਾ ਨਹੀਂ ਮਿਲਦਾ। ਲੇਕਿਨ ਤੁਹਾਨੂੰ ਇਹ ਮੌਕਾ ਦਿੱਤਾ ਹੈ, ਤੁਸੀਂ ਆਪਣੇ ਪਿਤਾ ਦੇ ਨਾਲ ਬੇਟਾ ਬਣ ਕੇ ਕੰਮ ਕਰਦੇ ਹੋ, ਕਿੰਨਾ ਕੁ ਮਾਣ ਮਹਿਸੂਸ ਹੁੰਦਾ? ਵੇਖੋ ਜੀ, ਜਦੋਂ ਮਾਣ ਤਾਂ ਮਹਿਸੂਸ ਹੁੰਦਾ ਹੈ ਜਦੋਂ ਇੱਕ ਆਜ਼ਾਦੀ ਮਿਲਦੀ ਆ, ਅੱਗੇ ਵਧਣ ਦਾ ਮੌਕਾ ਮਿਲਦਾ ਹੈ, ਮਾਂ ਪਿਓ ਵੱਲੋਂ ਜਿਹੜਾ ਵਾ ਪੂਰਾ ਜਿਹੜਾ ਸਾਥ ਮਿਲਦਾ ਆ, ਫਿਰ ਮਾਣ ਤਾਂ ਮਹਿਸੂਸ ਜਿਹੜਾ ਹੁੰਦਾ ਆ। ਅਤੇ ਮੇਰੀ ਇਹ ਅਪੀਲ ਵੀ ਹੈਗੀ ਆ ਕਿ ਜਿਹੜੀਆਂ ਲੜਕੀਆਂ ਜਿਹੜੀਆਂ ਚੁੱਲ੍ਹੇ ਚੌਕੇ ਤੱਕ ਆਪਣੇ ਆਪ ਨੂੰ ਸੀਮਿਤ ਰੱਖਦੀਆਂ ਜਾਂ ਘਰ ਤੋਂ ਬਾਹਰ ਨਿਕਲ ਤੋਂ ਡਰਦੀਆਂ ਆ, ਉਹਨਾਂ ਨੂੰ ਬਾਹਰ ਨਿਕਲਣਾ ਚਾਹੀਦਾ ਵਾ ਅਤੇ ਸਮਾਜ ਦੇ ਵਿੱਚ ਵਿਚਰਨਾ ਚਾਹੀਦਾ ਅਤੇ ਅੱਗੇ ਵਧਣਾ ਚਾਹੀਦਾ। ਸੋ ਗੱਲ ਕਰਦੇ ਹਾਂ ਲਵਪ੍ਰੀਤ, ਸਾਰਾ ਪਿੰਡ ਜਿਹੜਾ ਤੁਹਾਡੀ ਮਿਹਨਤ ਦੀ ਸ਼ਲਾਘਾ ਕਰਦਾ। ਇੱਕ ਤੁਸੀਂ ਸਰਵਣ ਪੁੱਤ ਬਣ ਕੇ ਜਿਹੜਾ ਆਪਣੇ ਪਿਤਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਦੇ। ਆਖਰ ਦਿਨਚਰਿਆ ਕੀ ਰਹਿੰਦੀ ਹੈ, ਕਿੰਨਾ ਕੁ ਕੰਮ ਕਰਨਾ ਪੈਂਦਾ, ਸਵੇਰੇ ਕਦੋਂ ਉੱਠਦੇ ਹੋ ਤੇ ਕਿੰਨਾ ਕੁ ਕੰਮ ਜਿਹੜਾ ਦਿਨ ਦੇ ਵਿੱਚ ਘਰ ਦਾ ਵੀ ਕਰਦੇ ਹੋ ਤੇ ਬਾਹਰ ਦਾ ਵੀ ਕਰਦੇ ਹੋ? ਸਵੇਰੇ ਮੈਂ 5 ਵਜੇ ਦੇ ਲਗਭਗ ਉੱਠ ਪੈਂਦੀ ਹਾਂ ਅਤੇ ਉੱਠ ਕੇ ਫਿਰ ਸਭ ਤੋਂ ਪਹਿਲਾਂ ਪਸ਼ੂਆਂ ਦਾ ਕੰਮ ਕੀਤਾ ਜਾਂਦਾ ਆ। ਫਿਰ ਉਸ ਤੋਂ ਬਾਅਦ ਜਿਹੜਾ ਦੁੱਧ ਦੀ ਚਵਾਈ ਹੋਈ ਹੁੰਦੀ ਆ, ਡੇਅਰੀ 'ਤੇ ਦੁੱਧ ਲੈ ਕੇ ਜਾਂਦੀ ਹਾਂ। ਉਸ ਤੋਂ ਬਾਅਦ ਜਿਹੜਾ ਵਾਪਸ ਆ ਕੇ ਆਪਣੀ ਮਾਤਾ ਦੇ ਨਾਲ ਜਿਹੜਾ ਘਰ ਦਾ ਕੰਮ ਵੀ ਕਰਾਉਂਦੀ ਹਾਂ ਅਤੇ ਫਿਰ ਆਪਣੀ ਫਸਲਵਾੜੀ ਦਾ ਜਿਹੜਾ ਕੰਮ ਆ ਉਹ ਵੇਖਿਆ ਜਾਂਦਾ ਹੈ। ਸੋ ਆਮ ਤੌਰ ਦੇ ਉੱਤੇ ਖੇਤਾਂ ਦੇ ਵਿੱਚ ਜਦੋਂ ਕੰਮ ਕਰੀਦਾ, ਮਿੱਟੀ ਨਾਲ ਮਿੱਟੀ ਹੁੰਦਾ ਬੰਦਾ, ਕਿਉਂਕਿ ਜਿਹੜੀਆਂ ਫਸਲਾਂ ਨੇ, ਫਸਲਾਂ ਜਦੋਂ ਕਿ ਉਗਾਉਣ ਵਿੱਚ ਸ਼ੁਰੂਆਤ ਤੋਂ ਲੈ ਕੇ ਤੇ ਐਂਡ ਤੱਕ ਕਾਫੀ ਮਿਹਨਤ ਮਸ਼ੱਕਤ ਕਰਨੀ ਪੈਂਦੀ ਹੈ। ਅਤੇ ਤੁਸੀਂ ਜਦੋਂ ਇਹ ਮਿਹਨਤ ਕਰਦੇ ਹੋ ਤੇ ਮਿੱਟੀ ਨਾਲ ਮਿੱਟੀ ਹੁੰਦੇ ਹੋ, ਕਿਤੇ ਵੇਲੇ ਕਈ ਜਾਨਵਰਾਂ ਨਾਲ ਵੀ ਸਾਹਮਣਾ ਹੁੰਦਾ ਹੋਏਗਾ, ਕਿਉਂਕਿ ਪਿਆਲੀਆਂ ਦੇ ਵਿੱਚ ਆਮ ਤੌਰ 'ਤੇ ਜਿਹੜੇ ਹੁੰਦੇ ਨੇ ਸੱਪ ਵਗੈਰਾ, ਨਿਓਲੇ ਵਗੈਰਾ ਹੁੰਦੇ ਨੇ, ਅਤੇ ਡਰ ਨਹੀਂ ਲੱਗਦਾ? ਕਿਉਂਕਿ ਆਮ ਤੌਰ 'ਤੇ ਜਿਹੜੇ ਸ਼ਹਿਰ ਦੇ ਵਿੱਚ ਲੜਕੀਆਂ ਹੁੰਦੀਆਂ ਨੇ, ਕੋਕਰੇਚ ਵੀ ਦੇਖ ਲੈਣ 'ਤੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੰਦੀਆਂ ਨੇ, ਛਿਪਕਲੀ ਦੇਖ ਕੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੰਦੀਆਂ ਨੇ। ਕਿਤੇ ਡਰ ਨਹੀਂ ਹੁੰਦਾ ਫਸਲਾਂ ਦੇ ਵਿੱਚ, ਪਿਆਲੀਆਂ ਦੇ ਵਿੱਚ ਕੰਮ ਕਰਨ 'ਤੇ? ਡਰ ਤੇ ਦੇਖੋ ਜਿਹੜਾ ਸੱਪ ਨਿਓਲੇ ਤੋਂ ਤੇ ਜਿਹੜਾ ਡਰ ਆ ਉਹ ਲੱਗਦਾ ਹੀ ਹੈਗਾ ਆ, ਬਟ ਇਹ ਚੀਜ਼ ਹੈਗੀ ਆ ਕਿ ਹੁਣ ਸਮੇਂ ਦੇ ਨਾਲ ਇਹ ਚੀਜ਼ ਦਾ ਰੂਟੀਨ ਬਣ ਗਿਆ ਆ ਅਤੇ ਇਸ ਕਰਕੇ ਹੁਣ ਥੋੜ੍ਹਾ ਘੱਟ ਮਹਿਸੂਸ ਹੁੰਦਾ ਹੈ। ਸੋ ਜਿਹੜਾ ਪੁਰਸ਼ ਪ੍ਰਧਾਨ ਸਮਾਜ ਆ, ਜਿੱਥੇ ਧੀਆਂ ਨੂੰ ਜਿਹੜਾ ਇੰਨਾ ਅਹਿਮੀਅਤ ਨਹੀਂ ਦਿੱਤੀ ਜਾਂਦੀ, ਲੇਕਿਨ ਤੁਸੀਂ ਫਿਰ ਵੀ ਆਪਣੇ ਜਜ਼ਬੇ ਅਤੇ ਜਨੂੰਨ ਦੇ ਨਾਲ ਅੱਗੇ ਵੱਧਦੇ ਹੋ। ਆਖਰ ਕੀ ਸਰਕਾਰ ਨੂੰ ਜਾਂ ਸਮਾਜ ਨੂੰ ਅਪੀਲ ਕਰਨਾ ਚਾਹੁੰਦੇ ਹੋ? ਦੇਖੋ, ਮੈਂ ਸਰਕਾਰ ਨੂੰ ਤਾਂ ਇਹੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਸਰਕਾਰ ਦਾ ਜਿਹੜਾ ਸਭ ਤੋਂ ਪਹਿਲਾਂ ਸਰਕਾਰ ਦਾ ਹੀ ਯੋਗਦਾਨ ਹੋਣਾ ਚਾਹੀਦਾ, ਜਿਹਦੇ ਵਿੱਚ ਜਿਹੜਾ ਹੁਣ ਜਿਵੇਂ ਲੜਕੀਆਂ ਬਾਹਰ ਅੰਦਰ ਜਾਂਦੀਆਂ ਵਾ ਕਿਤੇ ਅਤੇ ਉੱਥੇ ਗੁੰਡਾਗਰਦੀ ਸਮੈਕੀਆਂ ਵੱਲੋਂ ਜਿਹੜਾ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਵਾ। ਜਿਹੜੀਆਂ ਲੜਕੀਆਂ ਵਾ ਉਹਨਾਂ ਦੇ ਕਾਲਜਾਂ ਮੂਹਰੇ, ਉਹਨਾਂ ਦੇ ਸਕੂਲਾਂ ਮੂਹਰੇ ਜਿਹੜੇ ਮੁੰਡੇ ਆ ਪਟਾਕੇ ਮਰਵਾਉਂਦੇ ਆ, ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਆ। ਪਹਿਲਾਂ ਤਾਂ ਇਸ ਚੀਜ਼ 'ਤੇ ਰੋਕ ਲੱਗਣੀ ਚਾਹੀਦੀ ਹੈ। ਦੂਜੇ ਨੰਬਰ 'ਤੇ ਮੈਂ ਜਿਹੜਾ ਮਾਂ-ਬਾਪ ਆ ਜਿਹੜਾ ਉਹਨਾਂ ਦੇ ਵੱਲੋਂ ਉਹਨਾਂ ਨੂੰ ਜਿਹੜਾ ਅਪੀਲ ਕਰਦੀ ਹਾਂ ਕਿ ਉਹ ਆਪਣੀਆਂ ਬੱਚੀਆਂ ਨੂੰ ਬਾਹਰ ਕੱਢਣ, ਉਹਨੂੰ ਮਜ਼ਬੂਤ ਕਰਨ ਕਿ ਉਹਨਾਂ ਨੇ ਸਮਾਜ ਦਾ ਸਾਹਮਣਾ ਜਿਹੜਾ ਆ ਉਹ ਕਿਵੇਂ ਕਰਨਾ ਹੈ।
ਦੀ ਗੱਲ ਕਰੀਏ ਅੱਜ ਕੱਲ੍ਹ ਜਿਹੜੀ ਯੁਵਾ ਪੀੜ੍ਹੀ ਆ ਪੜ੍ਹ ਕੇ ਤੇ ਬਾਹਰ ਜਾਣ ਨੂੰ ਤਰਜੀਹ ਦਿੰਦੀ ਹੈ, ਲੇਕਿਨ ਜਿਹੜਾ ਆਪਣਾ ਪਸ਼ਤੇਨੀ ਕੰਮ ਹੈ ਐਗਰੀਕਲਚਰ ਨੂੰ ਲੈ ਕੇ, ਕ੍ਰਿਸ਼ੀ ਨੂੰ ਲੈ ਕੇ, ਖੇਤੀਬਾੜੀ ਨੂੰ ਲੈ ਕੇ ਇਹਨੂੰ ਭੁੱਲਦੇ ਜਾਂਦੇ ਨੇ ਤੇ ਪੜ੍ਹਨ ਤੋਂ ਬਾਅਦ ਜਿਹੜਾ ਵਾ ਮਿੱਟੀ ਨੂੰ ਹੱਥ ਲਾਉਣ ਤੋਂ ਵੀ ਡਰਦੇ ਨੇ, ਮਿੱਟੀ ਨਾਲ ਮਿੱਟੀ ਹੋਣ ਦੀ ਗੁਰੇਜ਼ ਕਰਦੇ ਨੇ। ਲੇਕਿਨ ਤੁਸੀਂ ਪੜ੍ਹਾਈ ਲਿਖਾਈ ਤੋਂ ਬਾਅਦ ਗ੍ਰੈਜੂਏਟ ਹੋ ਕੇ ਵੀ ਆਪਣੇ ਇਸ ਕੰਮ ਨੂੰ ਤਰਜੀਹ ਦੇ ਰਹੇ ਹੋ, ਆਖਰ ਉਹਨਾਂ ਵਾਸਤੇ ਕੀ ਅਪੀਲ ਹੈ, ਉਹਨਾਂ ਨੂੰ ਕੀ ਸੰਦੇਸ਼ ਹੈ ਜਿਹੜੇ ਅੱਜ ਕੱਲ੍ਹ ਦੀ ਯੁਵਾ ਪੀੜ੍ਹੀ ਜਿਹੜੀ ਕਿ ਬਾਹਰ ਦਾ ਰੁੱਖ ਕਰ ਰਹੀ ਹੈ, ਵਿਦੇਸ਼ਾਂ 'ਚ ਪੜ੍ਹਨ ਜਾ ਰਹੀ ਹੈ? ਜਿਹੜੀ ਯੁਵਾ ਪੀੜ੍ਹੀ ਜਿਹੜੀ ਬਾਹਰ ਦਾ ਰੁੱਖ ਕਰ ਰਹੀ ਹੈ ਉਸ ਦਾ ਪਹਿਲਾ ਕਾਰਨ ਤੇ ਜਿਹੜੀ ਹੈਗੀ ਉਹ ਸਾਡੀ ਸਰਕਾਰ ਆ, ਕਿਉਂਕਿ ਜਿਹੜੀ ਸਰਕਾਰ ਆ ਪੜ੍ਹਨ ਲਿਖਣ ਤੋਂ ਬਾਅਦ ਵੀ ਜਿਹੜਾ ਵਾ ਸਾਡੇ ਯੁਵਾ ਪੀੜ੍ਹੀ ਨੂੰ ਕੋਈ ਜੋਬ ਨਹੀਂ ਦੇ ਰਹੀ, ਕਿੰਨਾ ਵੀ ਪੜ੍ਹ ਲੈਣ ਉਹਨਾਂ ਨੂੰ ਕੋਈ ਜੋਬ ਨਹੀਂ ਮਿਲਦੀ, ਉਹ ਧੱਕੇ ਖਾਂਦੇ ਆ, ਫਿਰ ਇਸ ਕਰਕੇ ਉਹ ਜਿਹੜਾ ਵਾ ਬਾਹਰ ਦਾ ਰੁੱਖ ਕਰਦੇ ਆ। ਦੂਜੇ ਨੰਬਰ 'ਤੇ ਜਿਹੜੀ ਕਿਸਾਨੀ ਦੀ ਗੱਲ ਲਈਏ ਤੇ ਜਿਹੜਾ ਕਿਸਾਨਾਂ ਨੂੰ ਆ ਉਹਨਾਂ ਦੇ ਜਿਹੜੀ ਫਸਲ ਆ ਉਹਨਾਂ ਦੀ ਮੰਡੀਆਂ ਦੇ ਵਿੱਚ ਰੁਲਦੀ ਆ, ਉਹਨਾਂ ਨੂੰ ਉਹਨਾਂ ਦਾ ਜਿਹੜਾ ਰੇਟ ਆ ਉਹ ਨਹੀਂ ਮਿਲਦਾ, ਇਸ ਕਰਕੇ ਜਿਹੜਾ ਵਾ ਸਾਡੀ ਯੁਵਾ ਪੀੜ੍ਹੀ ਜਿਹੜੀ ਆ ਥੋੜ੍ਹਾ ਇਸ ਕੰਮ ਤੋਂ ਗੁਰੇਜ਼ ਕਰਦੀ ਜਾ ਰਹੀ ਆ। ਉਸ ਦਾ ਵੱਡਾ ਕਾਰਨ ਜਿਹੜਾ ਵਾ ਸਰਕਾਰ ਹੈਗੀ ਹੈ। ਕੀ ਕਰਨਾ ਚਾਹੁੰਦੇ, ਕਿਉਂਕਿ ਜਿਹੜੀਆਂ ਆਪਣੇ ਆਪ ਨੂੰ ਇੱਕ ਸਿਰਫ ਚੌਂਕੇ ਦੇ ਚੁੱਲ੍ਹੇ ਤੱਕ ਹੀ ਸੀਮਿਤ ਸਮਝਦੀਆਂ ਨੇ, ਖੁੱਲ੍ਹ ਕੇ ਆਪਣੇ ਆਪ ਨੂੰ ਬਾਹਰ ਪ੍ਰੈਜੈਂਟ ਨਹੀਂ ਕਰ ਪਾਉਂਦੀਆਂ, ਲੇਕਿਨ ਤੁਹਾਨੂੰ ਮੌਕਾ ਮਿਲਿਆ, ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ? ਉਹਨਾਂ ਨੂੰ ਮੈਂ ਅਪੀਲ ਇਹੀ ਕਰਨਾ ਚਾਹੁੰਦੀ ਹਾਂ ਕਿ ਇੱਕ ਵਾਰੀ ਆਪਣੇ ਆਪ ਨੂੰ ਬਾਹਰ ਲੈ ਕੇ ਆਓ, ਜਿਹੜਾ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਸਾਬਤ ਕਰਨ ਦਾ ਜਿਹੜਾ ਮੌਕਾ ਵਾ ਉਹ ਤੁਸੀਂ ਲਓ। ਇਸ ਕਰਕੇ ਅੰਦਰ ਵੜ ਕੇ ਜਿਹੜਾ ਜੇ ਆਪਾਂ ਕਹੀਏ ਕਿ ਅੰਦਰ ਵੜ ਕੇ ਜਿਹੜਾ ਆਪਣੇ ਆਪ ਨੂੰ ਬਚਾ ਲਈਏ ਜਾਂ ਆਪਣੇ ਆਪ ਨੂੰ ਅੰਦਰ ਵੜ ਕੇ ਅਸੀਂ ਜਿਹੜਾ ਅੰਦਰ ਕੁਝ ਕਰ ਸਕੀਏ, ਇਹ ਨਹੀਂ ਹੋ ਸਕਦਾ। ਬਾਹਰ ਨਿਕਲ ਕੇ ਅਸੀਂ ਸਮਾਜ ਨੂੰ ਨਵੀਂ ਸੇਧ ਦੇ ਸਕਦੇ ਹਾਂ, ਸਮਾਜ ਦੀ ਜਿਹੜੀ ਸੋਚ ਆ ਉਹ ਅਸੀਂ ਬਦਲ ਸਕਦੇ ਹਾਂ। ਸੋ ਗੱਲਬਾਤ ਕੀਤੀ ਉਸ ਧੀ ਦੇ ਨਾਲ ਲਵਪ੍ਰੀਤ ਕੌਰ, ਪਿੰਡ ਬਰਪਾਲ ਅੰਮ੍ਰਿਤਸਰ ਦੇ ਨਜ਼ਦੀਕ ਜਿਹੜਾ ਪਿੰਡ ਹੈ, ਉੱਥੇ ਇੱਕ ਲਵਪ੍ਰੀਤ ਕੌਰ ਦੀ ਜਿਹੜੀ ਇਹ ਲੜਕੀ ਹੈ ਜਿਹੜੀ ਆਪਣੇ ਪਿਤਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੇ ਖੇਤਾਂ 'ਚ ਕੰਮ ਕਰਦੀ ਹੈ, ਘਰ ਦੇ ਵਿੱਚ ਕੰਮ ਕਰਦੀ ਹੈ ਤੇ ਜਿਹੜਾ ਅਨਾਜ ਜਿਹੜਾ ਮੰਡੀ ਲੈ ਕੇ ਜਾਂਦੀ, ਕਿਤੇ ਨਾ ਕਿਤੇ ਸਰਵਣ ਪੁੱਤ ਬਣ ਕੇ ਉਹਨੇ ਦਿਖਾਇਆ ਹੈ। ਗੱਲਬਾਤ ਕਰਾਂਗੇ ਉਸ ਪਿਤਾ ਦੇ ਨਾਲ, ਕਿਸਾਨੀ ਆਗੂ ਗੁਰਦੇਵ ਸਿੰਘ ਸਾਡੇ ਨਾਲ ਮੌਜੂਦ ਨੇ, ਵੀ ਆਖਰ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਹੈ ਜੀ ਜਦੋਂ ਧੀਆਂ ਪੁੱਤਾਂ ਵਰਗੂ ਪਿਤਾ ਦਾ ਸਾਥ ਦੇਣ ਲਈ ਅਗਾਂਹ ਵੱਧਦੀਆਂ ਨੇ। ਵੇਖੋ ਜੀ, ਬੜਾ ਧੰਨਵਾਦ ਕਰਦਾ ਤੁਸੀਂ ਸਾਡੇ ਕੋਲ ਪਹੁੰਚੇ ਜੇ। ਮਤਲਬ ਜਿਹੜਾ ਮਾਣ ਮਹਿਸੂਸ ਆ ਉਹ ਤਾਂ ਹੈ ਹੀ ਆ, ਕਿਉਂਕਿ ਇੱਕ ਆਪਣੇ ਸਮਾਜ ਦੇ ਵਿੱਚ ਜਿਹੜੀ ਉਹ ਵੱਖਰੀ ਚੀਜ਼ ਜਿਹੜੀ ਆ ਮਤਲਬ ਉੱਭਰ ਕੇ ਸਾਹਮਣੇ ਆਈ ਆ। ਕਿਉਂਕਿ ਪਹਿਲਾਂ ਜਿਹੜਾ ਸੀਗਾ ਉਹ ਸਾਡਾ ਵੀ ਮਨ ਡਰਦਾ ਸੀਗਾ, ਲੋਕ ਵੀ ਸਾਨੂੰ ਇਹ ਗੱਲ ਕਹਿੰਦੇ ਸੀਗੇ ਵੀ ਮਤਲਬ ਤੁਸੀਂ ਇਕੱਲੇ ਕਰ ਰਹੇ ਆ, ਮੈਂ ਵੀ ਇਕੱਲਾ ਬੇਟਾ ਵਾਂ ਮਾਂ ਪਿਓ ਦਾ, ਫਿਰ ਮੈਂ ਆਂਦੇ ਵੀ ਬੇਟੀ ਵੀ ਇਕੱਲੀ ਆ ਗਾੜੀ ਤੇ ਤੁਹਾਡਾ ਕਿਤੇ ਨਾ ਕਿਤੇ ਜਿਹੜਾ ਵਾ ਕੰਮ ਮਤਲਬ ਗਲਤ ਆ। ਇਹ ਕਰਕੇ ਸਾਨੂੰ ਥੋੜ੍ਹਾ ਜਿਹਾ ਮਹਿਸੂਸ ਹੁੰਦਾ ਸੀ। ਬਾਅਦ ਦੇ ਵਿੱਚ ਜਦੋਂ ਇਹਨੂੰ ਮੈਂ ਅਸੀਂ ਪੜ੍ਹਨੇ ਪਾਇਆ ਤੇ ਸਾਡਾ ਮਾਲ ਡੰਗਰ ਸੀਗਾ ਨਾਲ, ਇਹਨੇ ਪੱਠਾ ਦਿੱਤਾ ਸਾਡੇ ਨਾਲ ਕਰਾਉਣਾ ਸ਼ੁਰੂ ਕਰ ਦਿੱਤਾ, ਟਰੈਕਟਰ ਚਲਾਉਣਾ ਸ਼ੁਰੂ ਕਰਤਾ, ਗੱਡੀ ਚਲਾਉਣੀ ਸ਼ੁਰੂ ਕਰਤੀ, ਮੋਟਰਸਾਈਕਲ ਚਲਾਉਣਾ ਸ਼ੁਰੂ ਕਰਤਾ, ਦੁੱਧ ਚੋ ਕੇ ਮੱਝਾਂ ਦਾ ਤੇ ਖਾਣਾ ਸ਼ੁਰੂ ਕਰ ਦਿੱਤਾ। ਫਿਰ ਸਾਨੂੰ ਕਿਤੇ ਨਾ ਕਿਤੇ ਜਾਪਿਆ ਵੀ ਮਤਲਬ ਇੱਕ ਵੱਖਰੀ ਜਿਹੜੀ ਆ ਸਮਾਜ ਨੂੰ ਸਿੱਖਿਆ ਦਿੱਤੀ ਜਾਵੇ ਵੀ ਜਿਹੜੇ ਲੋਕ ਧੀਆਂ ਨੂੰ ਪੇਟ ਦੇ ਵਿੱਚ ਮਾਰਨ ਦੀ ਕੋਸ਼ਿਸ਼ ਕਰਦੇ ਆ ਜਾਂ ਕਿਤੇ ਨਾ ਕਿਤੇ ਜੰਮਣ ਤੋਂ ਡਰਦੇ ਆ, ਤੇ ਉਹਨਾਂ ਨੂੰ ਆਪਾਂ ਗਾੜੀ ਲੈ ਕੇ ਆਈਏ ਇਸ ਚੀਜ਼ ਨੂੰ ਵੀ ਇਹ ਮਤਲਬ ਜਿਹੜੀਆਂ ਆਪਾਂ ਡਰੀਏ ਨਾ, ਇਹਨਾਂ ਨੂੰ ਗਾਂਹ ਵਧਾ ਕੇ ਕੰਮ ਦੇ ਵਿੱਚ ਲਿਆਈਏ ਤੇ ਕੰਮ ਇਹ ਕਰ ਸਕਦੀਆਂ ਵਾ। ਕਿਉਂਕਿ ਜੇ ਆਪਣੀਆਂ ਧੀਆਂ ਜਿਹੜੀਆਂ ਵਾ ਉਹ ਸਰਹੱਦਾਂ 'ਤੇ ਰਾਖੀ ਕਰ ਸਕਦੀਆਂ ਵਾ, ਪੁਲਿਸ ਦੀ ਨੌਕਰੀ ਕਰ ਸਕਦੀਆਂ ਵਾ, ਬਾਹਰਲੇ ਮੁਲਕਾਂ 'ਚ ਜਾ ਸਕਦੀਆਂ ਵਾ, ਕਿਤੇ ਨਾ ਕਿਤੇ ਮਾਈ ਭਾਗੋ ਵਰਗੀਆਂ ਨੇ ਜੰਗਾਂ ਯੁੱਧਾਂ ਵੀ ਲੜੀਆਂ ਵਾ, ਤੇ ਕਿਸਾਨ ਦੀ ਬੇਟੀ ਜਿਹੜੀ ਆ ਕਿਸਾਨ ਦਾ ਕੰਮ ਵੀ ਕਰ ਸਕਦੇ ਆ। ਹੁਣ ਜੇ ਆਪਾਂ ਲਾ ਲਈਏ ਮੁੰਡਿਆਂ ਦੀ ਗੱਲ ਵੀ ਸਾਡੇ ਬੇਟਾ ਨਹੀਂ ਆ, ਤੇ ਜਿਨ੍ਹਾਂ ਦੇ ਬੇਟੇ ਆ ਉਹਨਾਂ ਦੀ ਹਾਲਾਤ ਵੇਖੀ ਜਾਵੇ ਇਸ ਵੇਲੇ, ਤੇ ਇਹਨਾਂ ਸਰਕਾਰਾਂ ਦੀ ਦੇਣ ਆ ਜਿਹੜੀ ਉਹਨਾਂ ਐਡੀ ਗਲਤ ਦੇ ਦਿੱਤੀ ਆ, ਚਿੱਟਾ ਸਾਡੇ ਦੇਸ਼ ਦੇ ਵਿੱਚ ਵਾੜ ਕੇ ਰੱਖ ਦਿੱਤਾ, ਤੇ ਉਹ ਨਿੱਤ ਨਵੇਂ ਜਿਹੜੇ ਸੱਥਰ ਵੇਚ ਰਹੇ ਆ। ਇਸ ਕਰਕੇ ਅਸੀਂ ਤਾਂ ਸਗੋਂ ਇਸ ਗੱਲ ਦਾ ਮਾਣ ਮਹਿਸੂਸ ਕਰਦੇ ਹਾਂ ਵੀ ਸਾਡੀ ਬੇਟੀ ਆ ਤੇ ਸਾਡੇ ਨਾਲੋਂ ਵੱਧ ਕੇ ਜਿਹੜਾ ਕੰਮ ਕਰ ਰਹੀ ਆ, ਗਾਂਹ ਮਤਲਬ ਕਿਸਾਨੀ ਨੂੰ ਲੈ ਕੇ ਜਾ ਰਹੀ ਆ, ਤੇ ਜਿਹੜੇ ਬੇਟੇ ਆ ਉਹ ਕਿਤੇ ਨਾ ਕਿਤੇ ਸਮੈਕਾਂ ਪੀ ਕੇ ਤੇ ਮਤਲਬ ਉਹਨਾਂ ਦੀਆਂ ਮੌਤਾਂ ਹੋਣ ਡਈਆਂ ਵਾ। ਇਸ ਕਰਕੇ ਅਸੀਂ ਤਾਂ ਬੜਾ ਮਾਣ ਮਹਿਸੂਸ ਕਰਦੇ ਇਸ ਗੱਲ ਦਾ। ਸਮਾਜ 'ਚ ਬਣਦਾ ਜਿਹੜਾ ਮਾਨ ਸਨਮਾਨ ਦੇਣ ਦੀ ਗੱਲ ਕੀਤੀ ਜਾਂਦੀ ਹੈ, ਲੇਕਿਨ ਇੱਕ ਜਦੋਂ ਧੀ ਬਾਹਰ ਨਿਕਲਦੀ ਹੈ ਤੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਨੇ। ਕਿਸ ਤਰ੍ਹਾਂ ਦੇਖਦੇ ਹੋ, ਉਹਨਾਂ ਨੂੰ ਅਪੀਲ ਕੀ ਕਰਨਾ ਚਾਹੁੰਦੇ ਸਰਕਾਰ ਨੂੰ ਵੀ ਆਖਰ ਕਿੱਥੇ ਕਮੀ ਰਹਿ ਜਾਂਦੀ ਜਿਹੜਾ ਧੀਆਂ ਨੂੰ ਬੰਦਾ ਸਨਮਾਨ ਨਹੀਂ ਮਿਲਦਾ? ਵੇਖੋ ਜੀ, ਇੱਕ ਤਾਂ ਪਿਛਲੀ ਪੁਰਾਣੀ ਰੀਤ ਹੈ ਜਿਹੜੀ ਲੋਕਾਂ ਦੇ ਦਿਮਾਗ 'ਚ ਵੜੀ ਆ ਵੀ ਜਿਹੜੀ ਆ ਜਨਾਨੀ ਆ ਉਹ ਇੱਕ ਉਹਨੂੰ ਬਾਹਰ ਨਹੀਂ ਨਿਕਲ ਦੇਣਾ ਚਾਹੀਦਾ ਜੀ, ਕੁੜੀ ਨੂੰ ਬਾਹਰ ਨਾ ਆਉਣ ਦਿੱਤਾ ਜਾਵੇ, ਉਹਨੂੰ ਪੈਰ ਦੀ ਜੁੱਤੀ ਜਿਵੇਂ ਆਂਦੇ ਹੁੰਦੇ ਸਮਝਿਆ ਜਾਂਦਾ। ਉਹਨਾਂ ਗੱਲਾਂ ਤੋਂ ਜਿਹੜਾ ਵਾ ਉੱਪਰ ਉੱਠ ਕੇ ਜਿਹੜਾ ਵਾ ਇਹ ਕੰਮ ਕਰਨੇ ਪੈਣਗੇ। ਕੁਛ ਨਾ ਕੁਛ ਜੇ ਬਣ ਕੇ ਵਿਖਾਉਣਾ ਵਾ ਤੇ ਫਿਰ ਉਹਦੇ ਵਾਸਤੇ ਮੁਸੀਬਤਾਂ ਵੀ ਝੱਲਣੀਆਂ ਪੈਣੀਆਂ ਤੇ ਬਾਹਰ ਆਪਾਂ ਨੂੰ ਆਉਣਾ ਪੈਣਾ ਵਾ। ਇਸ ਕਰਕੇ ਸਾਡੀ ਤਾਂ ਇਹੋ ਹੀ ਅਪੀਲ ਆ ਸਰਕਾਰਾਂ ਨੂੰ ਵੀ ਵੀ ਥੋੜ੍ਹਾ ਜਿਹਾ ਸੁਰੱਖਿਅਤ ਵੀ ਲੋਕਾਂ ਨੂੰ ਕਰਨ ਵੀ ਜਿਹੜਾ ਮਤਲਬ ਇੰਨਾ ਨਸ਼ਾ ਲੈਣ ਦਾ ਕੋੜ ਦੇਸ਼ ਦੇ ਵਿੱਚ ਲੈਣ ਦਾ ਇਹਨੂੰ ਬੰਦ ਕੀਤਾ ਜਾਵੇ, ਕਿਤੇ ਨਾ ਕਿਤੇ ਜਿਹੜੀਆਂ ਲੁੱਟਾਂ ਖੋਹਾਂ ਬੰਦ ਕੀਤੀਆਂ ਜਾਣ। ਤੇ ਇਸ ਕਰਕੇ ਫਿਰ ਲੋਕ ਕਿਤੇ ਨਾ ਕਿਤੇ ਇਸ ਗੱਲੋਂ ਵੀ ਡਰਦੇ ਆ ਵੀ ਸਾਡੀ ਧੀ ਭੈਣ ਕਿਤੇ ਇਕੱਲੀ ਗਈ ਤੇ ਰਾਹ ਦੇ ਵਿੱਚ ਪਤਾ ਨਹੀਂ ਕੀ ਬਣ ਜਾਣਾ। ਵਾਕਈ ਹੁੰਦੇ ਵੀ ਆ। ਸਰਕਾਰ ਜਿਹੜੀ ਆ ਉਹ ਸਾਰਾ ਕੁਝ ਕਰ ਸਕਦੀ ਆ ਜੇ ਐਡੇ ਉਦੋਂ ਅੱਤਵਾਦ ਦਾ ਸਮਾਂ ਜਿਹੜਾ ਉਹ ਢਾਹ ਸਕਦੀ ਸੀ ਤੇ ਕਿਤੇ ਆਹ ਜਿਹੜੇ ਨਸ਼ਾ ਵਾ ਇਹ ਵੀ ਬੰਦ ਉਹ ਕਰ ਸਕਦੀ ਆ। ਕਸੂਰ ਸਰਕਾਰਾਂ ਦਾ ਵਾ, ਜਿਤਨਾ ਮਰਜ਼ੀ ਮਤਲਬ ਜਿਹੜਾ ਮਰਜ਼ੀ ਕੋਈ ਕੰਮ ਕਰੇ ਉਹਦੇ ਵਿੱਚ ਸਰਕਾਰ ਦਾ ਹੀ ਸੰਯੋਗ ਨਾਲ ਹੋਵੇ ਤੇ ਲੋਕ ਜਿਹੜੇ ਅੱਗੇ ਵਧ ਸਕਦੇ ਆ। ਸੋ ਗੱਲਬਾਤ ਕੀਤੀ ਉਸ ਲੜਕੀ
ਲਵਪ੍ਰੀਤ ਕੌਰ ਜਿਹੜੀ ਕਿ ਬੇਟੀ ਹੈ ਕਿਸਾਨ ਆਗੂ ਦੀ ਬੇਟੀ ਹੈ ਗੁਰਦੇਵ ਸਿੰਘ ਕਿਸਾਨ, ਉਹਨਾਂ ਨੇ ਵੀ ਵਿਚਾਰ ਦੱਸੇ ਨੇ ਵੀ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਸਰਕਾਰ ਦੇ ਵਿੱਚ ਗਰਮੀਆਂ ਹੋ ਜਾਂਦੀਆਂ ਨੇ, ਜਿਹੜੀਆਂ ਸਾਡੀਆਂ ਧੀਆਂ ਖੁੱਲ੍ਹ ਕੇ ਸਾਹਮਣੇ ਨਹੀਂ ਆ ਜਾਂਦੀਆਂ, ਕਿਤੇ ਨਾ ਕਿਤੇ ਸੁਰੱਖਿਆ ਦੇ ਸਵਾਲ ਬਣਦੇ ਨੇ, ਕਿਤੇ ਨਾ ਕਿਤੇ ਸਮਾਜ ਦੀਆਂ ਜਿਹੜੀਆਂ ਕ੍ਰਿਤੀਆਂ ਨੇ ਉਹਨਾਂ ਨੂੰ ਲੈ ਕੇ ਵੀ ਧੀਆਂ ਨੂੰ ਜਿਹੜਾ ਵਾ ਪਿੱਛੇ ਰੱਖਿਆ ਜਾਂਦਾ। ਲੇਕਿਨ ਅੱਜ ਲੋੜ ਹੈ ਸਮਾਜ ਦੇ ਵਿੱਚ ਧੀਆਂ ਨੂੰ ਬਣਦਾ ਮਾਣ ਸਤਿਕਾਰ ਦੇਣ ਦਾ ਅਤੇ ਉਹਨਾਂ ਨੂੰ ਸਾਹਮਣੇ ਆ ਕੇ ਆਪਣੇ ਆਪ ਨੂੰ ਸਾਬਤ ਕਰਨ ਦਾ, ਕਿਉਂਕਿ ਧੀ ਜਿਹੜੀ ਹੈ ਇੱਕ ਸਰਵਣ ਪੁੱਤ ਵੀ ਬਣ ਸਕਦੀ ਹੈ। ਇਹ ਐਗਜ਼ਾਮਪਲ ਜਿਹੜੀ ਆ ਅੰਮ੍ਰਿਤਸਰ ਦੇ ਵਰਪਾਲ ਪਿੰਡ ਦੀ ਧੀ ਲਵਪ੍ਰੀਤ ਕੌਰ ਨੇ ਸਾਬਤ ਕਰ ਦਿੱਤੀ ਹੈ। ਮੈਨੂੰ ਜਾਣੀ ਕਿ ਰਜੇ ਸੰਧੂ ਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ ਚੱਕ ਦੇ ਟੀਵੀ।